ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਸ਼ਬਦ ਦੇ ਅਰਥ ਕਰਾਂਗੇ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਸਿਰ ਰਾਗ ਮਹੱਲਾ ਪਹਿਲਾ। ਘਰ ਪਹਿਲਾ ਸੁਧੀਆਂ। ਆਖ ਆਖ ਮਨ ਵਾਵਣਾ, ਜਿਉ ਜਿਉ ਜਾਪੇ ਵਾਏ। ਜਿਸਨੂੰ ਵਾਏ ਸੁਣਾਈਐ, ਸੋ ਕੇਵੜ ਕਿਤ ਥਾਏ। ਆਖਣ ਵਾਲੇ ਜੇਤੜੇ, ਸਭ ਆਖ ਰਹੇ ਲਿਵ ਲਾਏ। ਬਾਬਾ ਅੱਲਾ ਅਗਮ ਅਪਾਰ, ਪਾਕੀ ਨਾਹੀ ਪਾਕ ਥਾਏ। ਸੱਚਾ ਪਰਵਰਦਗਾਰ ਰਹਾਉ, ਤੇਰਾ ਹੁਕਮ ਨ ਜਾਪੀ ਕੇਤੜਾ। ਲਿਖ ਨ ਜਾਣੇ ਕੋਇ, ਜੇ ਸੋ ਸਾਇਰ ਬੇਲੀਏ। ਤਿਲ ਨ ਪੁਜਾਵੇ ਰੋਏ, ਕੀਮਤ ਕਿਨੇ ਨ ਪਾਈਆਂ। ਸਭ ਸੁਣ ਸੁਣ ਆਖੇ ਸੋਏ। ਪੀਰ ਪੈਗੰਬਰ ਸਾਲਕ ਸਾਧਕ, ਸੌਦੇ ਔਰ ਸ਼ਹੀਦ। ਸੇਖ ਮਸਾਇਕ ਕਾਜੀ ਬੁੱਲਾਂ, ਦਰ ਦਰ ਵੇਦ ਰਸੀਦ। ਬਰਕਤ ਤਿਨ ਕੋ ਅਗਲੀ, ਪੜ੍ਹਦੇ ਰਹਿਣ ਦਰੂਦ। ਪੁੱਛ ਨ ਸਾਜੇ ਪੁੱਛ ਨ ਟਾਹੇ, ਪੁੱਛ ਨ ਦੇਵੇ ਲੇ। ਆਪਣੀ ਕੁਦਰਤ ਆਪੇ ਜਾਣੇ, ਆਪੇ ਕਰਨ ਕਰੇ। ਸਭਨਾ ਵੇਖੇ ਨਦਰ ਕਰ, ਜੇ ਪਾਵੇ ਤਾਂ ਦੇ। ਥਾਵਾਂ ਨਾਮ ਨ ਜਾਣੀਏ, ਨਾਵਾਂ ਕੇਵੜ ਨਾਉ। ਜਿੱਥੇ ਮੇਰਾ ਪਾਤਸ਼ਾਹ, ਸੋ ਕੇਵੜ ਹੈ ਥਾਉ। ਅੰਬੜ ਕੋਈ ਨ ਸਕਈ, ਹੋਂਦ ਕਿਸਨੂੰ ਪੁੱਛੇ ਜਾਓ। ਵਰਨਾ ਵਰਨੀ ਭਾਵਣੀ, ਜੇ ਕਿਸੇ ਵੱਡਾ ਕਰੇ। ਵੱਡੇ ਹੱਥ ਵਡਿਆਈਆਂ, ਜੇ ਪਾਵੇ ਤਾਂ ਦੇ। ਹੁਕਮ ਸਵਾਰੇ ਆਪਣੇ, ਚਸਾ ਨ ਢਿੱਲ ਕਰੇ। ਸਭ ਕੋ ਆਖੇ ਬਹੁਤ ਬਹੁਤ, ਲੈਣੇ ਕੇ ਵਿਚਾਰ। ਕੇਵੜ ਦਾਤਾ ਆਖੀਏ, ਦੇ ਕਹਿ ਰਿਹਾ ਸਮਾਰ। ਨਾਨਕ ਟੋਟ ਨਾ ਆਵਈ, ਤੇਰੇ ਜੁਗੋ ਜੁਗੋ ਭੰਡਾਰ। ਕੇਵੜ ਦਾਤਾ ਆਖੀਏ, ਦੇ ਕੇ ਰਿਹਾ ਸਮਾਰ। ਨਾਨਕ ਟੋਟ ਨ ਆਵਈ, ਤੇਰੇ ਜੁਗੋ ਜੁਗੋ ਭੰਡਾਰ। ਗੁਰੂ ਜੀ ਆਖਦੇ ਹਨ ਕਿ ਜਿਉਂ ਜਿਉਂ ਕਿਸੇ ਜੀਵ ਨੂੰ ਪ੍ਰਭੂ ਦੇ ਗੁਣ ਬੋਲਣ ਦੀ ਸਮਝ ਪੈਂਦੀ ਹੈ, ਤਿਉਂ ਤਿਉਂ ਇਹ ਸਮਝ ਵੀ ਆਉਂਦੀ ਜਾਂਦੀ ਹੈ ਕਿ ਉਸ ਦੇ ਗੁਣ ਬਿਆਨ ਕਰ ਕਰਕੇ ਮਨ ਰੂਪ ਵਾਜੇ ਨੂੰ ਵਜਾਈਦਾ ਹੈ। ਜਿਉਂ ਜਿਉਂ ਉਸ ਦੀ ਵਡਿਆਈ ਦਾ ਬੋਝ ਹੁੰਦਾ ਹੈ, ਤਿਉਂ ਤਿਉਂ ਮਨ ਦੇ ਵਾਜੇ ਨੂੰ ਵਜਾਈ ਜਾਈਦਾ ਹੈ। ਜਿਸ ਪ੍ਰਭੂ ਨੂੰ ਮਨ ਦਾ ਵਾਜਾ ਵਜਾ ਕੇ ਸੁਣਾਈਦਾ ਹੈ, ਉਹ ਕਿਤਨਾ ਕੁ ਵੱਡਾ ਅਤੇ ਬਿਰਾਜਮਾਨ ਹੈ। ਉਹ ਸਾਰੇ ਬਿਆਨ ਕਰਦੇ ਹਨ, ਬਿਆਨ ਕਰ ਕਰਕੇ ਥੱਕ ਜਾਂਦੇ ਹਨ। ਗੁਣਾਂ ਵਿੱਚ ਸੁਰਤ ਜੋੜਦੇ ਹੀ ਰਹਿ ਜਾਂਦੇ ਹਨ। ਹੇ ਭਾਈ, ਪਰਮਾਤਮਾ ਦੇ ਗੁਣਾਂ ਤੱਕ ਪਹੁੰਚ ਨਹੀਂ ਹੋ ਸਕਦੀ। ਉਹ ਅਗਮ ਅਤੇ ਅਪਾਰ ਹੈ। ਉਸ ਦੀ ਵਡਿਆਈ ਪਵਿੱਤਰ ਹੈ। ਉਹ ਪਵਿੱਤਰ ਅਸਥਾਨ 'ਤੇ ਸੋਭਾ ਦੇ ਰਿਹਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਦਾ ਸੱਚਾ ਪਾਲਣਹਾਰ ਹੈ। ਹੇ ਪ੍ਰਭੂ, ਕਿਸੇ ਨੂੰ ਵੀ ਇਹ ਸਮਝ ਨਹੀਂ ਪਈ ਕਿ ਤੇਰਾ ਹੁਕਮ ਕਿਤਨਾ ਅਟੱਲ ਹੈ ਅਤੇ ਵੱਡਾ ਹੈ। ਕੋਈ ਵੀ ਤੇਰੇ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ, ਕਿਉਂਕਿ ਉਹ ਬਹੁਤ ਮਹਾਨ ਹੈ ਅਤੇ ਕਥਨ ਦੀ ਸੀਮਾ ਤੋਂ ਪਰੇ ਹੈ। ਜੇ 100 ਕਵੀ ਵੀ ਇਕੱਠੇ ਕਰ ਲਏ ਜਾਣ, ਤਾਂ ਵੀ ਉਹ ਬਿਆਨ ਅਤੇ ਵਡਿਆਈ ਕਰਨ ਦੇ ਵਿਅਰਥ ਯਤਨ ਕਰਕੇ ਤੇਰੇ ਗੁਣਾਂ ਦੇ ਇੱਕ ਤਿਲ ਮਾਤਰ ਤੱਕ ਨਹੀਂ ਪਹੁੰਚ ਸਕਦੇ ਅਤੇ
ਅਸਮਰੱਥ ਹੋਣ ਕਰਕੇ ਰੋ ਪੈਂਦੇ ਹਨ। ਅਸਲ ਵਿੱਚ ਉਸ ਦੇ ਹੁਕਮ ਦੀ ਕੋਈ ਵੀ ਕੀਮਤ ਨਹੀਂ ਪਾ ਸਕਦਾ। ਸਭ ਸੁਣ ਕੇ ਹੀ ਉਸ ਬਾਰੇ ਕਹੀ ਜਾਂਦੇ ਹਨ। ਸਾਲਕ, ਸਾਧਕ, ਸ਼ੋਧੇ ਅਤੇ ਸ਼ਹੀਦ, ਸ਼ੇਖ, ਮਸਾਇਕ, ਕਾਜੀ, ਮੁੱਲਾ ਅਤੇ ਰੱਬੀ ਦਰਗਾਹ ਵਿੱਚ ਪਹੁੰਚੇ ਹੋਏ ਜੋ ਫਕੀਰ ਲੋਕ ਹਨ, ਉਹਨਾਂ ਨੂੰ ਬਹੁਤ ਅਧਿਕ ਪ੍ਰਾਪਤੀ ਜਾਂ ਲਾਭ ਹੁੰਦਾ ਹੈ। ਕਿਸੇ ਨੇ ਵੀ, ਹੇ ਪ੍ਰਭੂ, ਤੇਰੇ ਗੁਣਾਂ ਦਾ ਅੰਤ ਨਾ ਲੱਭਾ। ਹਾਂ, ਸਿਰਫ ਉਹਨਾਂ ਨੂੰ ਬਹੁਤ ਬਰਕਤ ਮਿਲੀ। ਉਹਨਾਂ ਦੇ ਹੀ ਭਾਗ ਜਾਗੇ ਜੋ ਤੇਰੇ ਦਰ 'ਤੇ ਦੁਆ, ਅਰਜ਼ੋਈ, ਅਰਦਾਸ ਕਰਦੇ ਰਹਿੰਦੇ ਹਨ। ਹੇ ਪ੍ਰਭੂ, ਇਹ ਜਗਤ ਨਾ ਕਿਸੇ ਪਾਸੋਂ ਸਲਾਹ ਲੈ ਕੇ ਬਣਦਾ ਹੈ, ਨਾ ਹੀ ਪੁੱਛ ਕੇ ਨਾਸ ਕਰਦਾ ਹੈ, ਨਾ ਹੀ ਕਿਸੇ ਦੀ ਸਲਾਹ ਨਾਲ ਸਰੀਰ ਵਿੱਚ ਜਿੰਦ ਪਾਉਂਦਾ ਹੈ ਅਤੇ ਨਾ ਹੀ ਜਿੰਦ ਕੱਢਦਾ ਹੈ। ਪਰਮਾਤਮਾ ਆਪਣੀ ਕੁਦਰਤ ਆਪ ਹੀ ਜਾਣਦਾ ਹੈ। ਆਪ ਹੀ ਇਹ ਜਗਤ ਰਚਨਾ ਕਾਰਨ ਕਰਤਾ ਹੈ। ਮਿਹਰ ਦੀ ਨਿਗਾਹ ਕਰਕੇ ਸਭ ਜੀਵਾਂ ਦੀ ਸੰਭਾਲ ਆਪ ਹੀ ਕਰਦਾ ਹੈ। ਜੋ ਉਸਨੂੰ ਪਾਉਂਦਾ ਹੈ, ਉਸਨੂੰ ਉਹ ਆਪਣੇ ਗੁਣਾਂ ਦੀ ਕਦਰ ਬਖਸ਼ਦਾ ਹੈ। ਬੇਅੰਤ ਪੁਰੀਆਂ ਧਰਤੀਆਂ ਆਦਿਕ ਹਨ। ਇਤਨੀ ਬੇਅੰਤ ਰਚਨਾ ਹੈ ਕਿ ਸਭ ਥਾਵਾਂ 'ਤੇ ਪਦਾਰਥਾਂ ਦੇ ਨਾਮ ਜਾਣੇ ਨਹੀਂ ਜਾ ਸਕਦੇ। ਬੇਅੰਤ ਨਾਮਾਂ ਵਿੱਚੋਂ ਉਹ ਕਿਹੜਾ ਨਾਮ ਹੋ ਸਕਦਾ ਹੈ ਜੋ ਇਤਨਾ ਵੱਡਾ ਹੋਵੇ ਕਿ ਪਰਮਾਤਮਾ ਦੇ ਅਸਲ ਵੱਡਪਣ ਨੂੰ ਬਿਆਨ ਕਰ ਸਕੇ। ਇਹ ਗੱਲ ਕੋਈ ਨਹੀਂ ਦੱਸ ਸਕਦਾ। ਇਹ ਵੀ ਨਹੀਂ ਦੱਸਿਆ ਜਾ ਸਕਦਾ ਕਿ ਜਿੱਥੇ ਸ੍ਰਿਸ਼ਟੀ ਦਾ ਪਾਤਸ਼ਾਹ ਪ੍ਰਭੂ ਵਸਦਾ ਹੈ, ਉਹ ਥਾਂ ਕਿਤਨੀ ਵੱਡੀ ਹੈ। ਕਿਸੇ ਪਾਸੋਂ ਵੀ ਇਹ ਪੁੱਛੀ ਨਹੀਂ ਜਾ ਸਕਦੀ, ਕਿਉਂਕਿ ਕੋਈ ਜੀਵ ਉਸ ਅਵਸਥਾ 'ਤੇ ਪਹੁੰਚ ਨਹੀਂ ਸਕਦਾ ਜਿੱਥੋਂ ਉਹ ਪਰਮਾਤਮਾ ਦੀ ਬਜ਼ੁਰਗੀ ਸਹੀ ਦੱਸ ਸਕੇ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪਰਮਾਤਮਾ ਨੂੰ ਫਲਾਣੀ ਉੱਚੀ ਜਾਂ ਨੀਵੀਂ ਜਾਤ ਪਾਉਂਦੀ ਹੈ ਜਾਂ ਨਹੀਂ ਪਾਉਂਦੀ, ਅਤੇ ਇਸ ਤਰ੍ਹਾਂ ਉਹ ਕਿਸੇ ਇੱਕ ਜਾਤ ਨੂੰ ਉੱਚਾ ਕਰ ਦਿੰਦਾ ਹੈ। ਸਭ ਵਡਿਆਈਆਂ ਵੱਡੇ ਪ੍ਰਭੂ ਦੇ ਆਪਣੇ ਹੱਥ ਵਿੱਚ ਹੀ ਹਨ। ਜਿਹੜਾ ਜੀਵ ਉਸਨੂੰ ਚੰਗਾ ਲੱਗਦਾ ਹੈ, ਉਸਨੂੰ ਉਹ ਵਡਿਆਈਆਂ ਬਖਸ਼ ਦਿੰਦਾ ਹੈ। ਆਪਣੀ ਰਜ਼ਾ ਵਿੱਚ ਹੀ ਉਹ ਜੀਵ ਦੇ ਜੀਵਨ ਨੂੰ ਸੰਵਾਰ ਦਿੰਦਾ ਹੈ ਅਤੇ ਫਿਰ ਛਿਣ ਭਰ ਲਈ ਵੀ ਦੇਰ ਨਹੀਂ ਕਰਦਾ। ਸਭ ਕੋਈ ਉਸ ਪਰਮਾਤਮਾ ਨੂੰ ਬਹੁਤ ਬਹੁਤ ਵੱਡਾ ਕਹਿੰਦਾ ਹੈ। ਇਹ ਦੱਸਿਆ ਹੀ ਨਹੀਂ ਜਾ ਸਕਦਾ ਕਿ ਪਰਮਾਤਮਾ ਕਿਤਨਾ ਵੱਡਾ ਦਾਤਾ ਹੈ। ਉਹ ਪ੍ਰਭੂ ਸਾਨੂੰ ਦਾਤਾਂ ਦੇ ਰਿਹਾ ਹੈ, ਪਰ ਦਾਤਾਂ ਗਿਣਤੀ ਤੋਂ ਪਰੇ ਹਨ। ਉਹਨਾਂ ਦਾ ਮਨੋਰਥ ਦਾਤਾਂ ਲੈਣਾ ਹੁੰਦਾ ਹੈ। ਉਸ ਪ੍ਰਭੂ ਨੂੰ ਕਿਤਨਾ ਵੱਡਾ ਦਾਤਾ ਕਿਹਾ ਜਾਏ, ਇਹ ਕਦੀ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਉਹ ਜੋ ਕੁਝ ਦੇ ਰਿਹਾ ਹੈ ਉਹ ਗਿਣਤੀ ਤੋਂ ਪਰੇ ਹੈ। ਹੇ ਪ੍ਰਭੂ, ਗੁਰੂ ਜੀ ਫਰਮਾਉਂਦੇ ਹਨ ਕਿ ਤੇਰੇ ਭੰਡਾਰ
ਜੁਗਾਂ ਜੁਗੰਤਰਾਂ ਤੱਕ ਭਰੇ ਰਹਿੰਦੇ ਹਨ। ਉਹਨਾਂ ਵਿੱਚ ਕਦੀ ਵੀ ਘਾਟ ਨਹੀਂ ਹੁੰਦੀ। ਗੁਰੂ ਜੀ ਦੱਸਦੇ ਹਨ ਕਿ ਪ੍ਰਭੂ ਦੇ ਗੁਣ ਤੇ ਅਸੀਂ ਗਾਉਂਦੇ ਹਾਂ, ਪਰ ਉਹਨਾਂ ਦਾ ਬਿਆਨ ਕਰਦੇ ਹਾਂ। ਪਰ ਨਾਲ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਜਿਤਨਾ ਜ਼ਿਆਦਾ ਅਸੀਂ ਸੋਚਦੇ ਹਾਂ, ਸਮਝਦੇ ਹਾਂ ਕਿ ਸਾਨੂੰ ਪਰਮਾਤਮਾ ਦੀ, ਪ੍ਰਭੂ ਦੀ ਸਮਝ ਆ ਗਈ ਹੈ, ਇਹ ਵੀ ਪਤਾ ਲੱਗਦਾ ਹੈ ਕਿ ਦਰਅਸਲ ਉਤਨੀ ਹੀ ਸਮਝ ਨਹੀਂ ਆਈ। ਕਿਉਂਕਿ ਜਿਤਨਾ ਅਸੀਂ ਉਸ ਅਕਾਲ ਪੁਰਖ ਨੂੰ ਵੱਡਾ ਆਖ ਲਈਏ, ਉਹ ਹੋਰ ਵੱਡਾ ਹੋ ਜਾਂਦਾ ਹੈ। ਸਾਨੂੰ ਮਨੁੱਖਾਂ ਨੂੰ ਉਸ ਅਕਾਲ ਪੁਰਖ ਦਾ ਅੰਦਾਜ਼ਾ ਨਹੀਂ ਹੋ ਸਕਦਾ। ਆਖ ਆਖ ਮਨ ਵਾਵਣਾ, ਜਿਉ ਜਿਉ ਜਾਪੇ ਵਾਏ, ਜਿਸਨੂੰ ਵਾਏ ਸੁਣਾਈਏ, ਸੋ ਕੇਵੜ ਥਾਏ। ਇਸ ਕਰਕੇ ਗੁਰੂ ਜੀ ਸਮਝਾਉਂਦੇ ਹਨ, ਬਾਬਾ ਅੱਲੋ ਅਗਮ ਅਪਾਰ, ਪਾਕੀ ਨਾਏ ਪਾਕ ਥਾਏ, ਸੱਚਾ ਪਰਵਰਦਗਾਰ ਰਹਾਓ। ਭਾਵ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਪਰਮੇਸ਼ਰ ਦੇ ਗੁਣਾਂ ਦਾ ਅਤੇ ਪਤਾ ਨਹੀਂ ਲੱਗਿਆ ਜਾ ਸਕਦਾ। ਸਾਨੂੰ ਕੇਵਲ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਸਦਾ ਕਾਇਮ ਰਹਿਣ ਵਾਲਾ ਸੱਚ ਹੈ, ਪਵਿੱਤਰ ਹੈ ਅਤੇ ਉਹ ਕਰਤਾਹਾਰ, ਪਾਲਣ ਵਾਲਾ ਹੈ। ਉਸ ਪਰਮੇਸ਼ਰ ਦੇ ਹੁਕਮ ਦਾ ਅੰਤ ਨਹੀਂ ਲਿਆ ਜਾ ਸਕਦਾ। ਅਨੇਕਾਂ ਪੀਰ, ਪੈਗੰਬਰ, ਦੂਸਰਿਆਂ ਨੂੰ ਰਾਹ ਦੱਸਣ ਵਾਲੇ, ਅਨੇਕ ਸ਼ੇਖ, ਕਾਜੀ, ਮੁੱਲਾ ਅਤੇ ਦਰਵੇਸ਼, ਇਹਨਾਂ ਸਭ ਨੂੰ ਬਹੁਤ ਬਰਕਤ ਮਿਲੀ ਹੈ, ਪਰ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ। ਪੀਰ, ਪੈਗੰਬਰ, ਸਾਲਕ, ਸਾਦਕ, ਸੌਦੇ ਔਰ ਸ਼ਹੀਦ, ਸ਼ੇਖ, ਮਸਾਇਕ, ਕਾਜੀ, ਮੁੱਲਾ, ਦਰ ਦਰਵੇਸ਼ ਰਸੀਦ, ਬਰਕਤ ਤਿੰਨ ਕੋ ਅਗਲੀ, ਪੁੱਟਦੇ ਰਹਿਣ ਦਰੂਦ। ਪਰਮੇਸ਼ਰ ਕਿਸੇ ਤੋਂ ਸਲਾਹ ਲੈ ਕੇ ਇਹ ਜਗਤ ਨਹੀਂ ਬਣਾਉਂਦਾ। ਪੂਛਨ ਨਾ ਸਾਜੇ ਪੂਛਨਾ, ਟਾਹੇ ਪੂਛਨ ਨਲ ਦੇਵੇ ਲੇ। ਉਹ ਆਪਣੀ ਕੁਦਰਤ ਆਪ ਹੀ ਜਾਣਦਾ ਹੈ। ਆਪਣੀ ਕੁਦਰਤ ਆਪੇ ਜਾਣੇ, ਆਪੇ ਕਰਨ ਕਰੇ। ਉਸ ਦੀ ਰਚਨਾ ਵਿੱਚ ਅਨੇਕ ਥਾਵਾਂ ਨੇ, ਧਰਤੀਆਂ ਹਨ, ਪੁਰੀਆਂ ਹਨ ਕਿ ਮਨੁੱਖ ਸਭ ਥਾਵਾਂ ਦੇ ਨਾਮ ਵੀ ਨਹੀਂ ਜਾਣ ਸਕਦਾ। ਥਾਵਾਂ ਨਾ ਥਾਮ ਨਾ ਜਾਣੀਐ, ਨਾਵਾਂ ਕੇਵੜ ਨਾਉ। ਇਹ ਵੀ ਨਹੀਂ ਦੱਸਿਆ ਜਾ ਸਕਦਾ ਕਿ ਅਕਾਲ ਪੁਰਖ ਦੀ ਥਾਂ ਕਿਤਨੀ ਵੱਡੀ ਹੈ। ਜਿੱਥੇ ਵਸੇ ਮੇਰਾ ਪਾਤਸ਼ਾਹ, ਸੋ ਕੇਵੜ ਹੈ ਥਾਉ। ਨਾਨਕ ਟੋਟ ਨ ਆਵਈ, ਤੇਰੇ ਜੁਗੋ ਜੁਗੋ ਭੰਡਾਰ, ਤੇਰੇ ਖਜ਼ਾਨੇ ਸਦਾ ਭਰਪੂਰ ਹਨ। ਉਹ ਪਰਮਾਤਮਾ ਅਗਮ ਅਪਾਰ ਹੈ। ਉਸ ਦੀ ਉਪਾਸਨਾ ਕਰਨ ਵਾਲੇ ਬੇਅੰਤ ਹਨ। ਉਸ ਦਾ ਨਾਮ ਪਵਿੱਤਰ ਹੈ। ਨਾਮ ਦੀ ਵਡਿਆਈ ਦਾ ਪਖਾਨ ਕਰਨ ਵਾਲਾ ਕੋਈ ਵੀ ਨਹੀਂ ਹੈ। ਧਰਮ ਸਾਧਨਾ ਕਰਨ ਵਾਲੇ ਹੀ ਉਸ ਦੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੇ ਹਨ। ਉਹ ਆਪਣੀ ਤਾਕਤ ਦਾ ਅੰਦਾਜ਼ਾ ਆਪ ਹੀ ਲਗਾ ਸਕਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ ਅਤੇ ਜਿਸ ਉੱਤੇ ਉਸ ਦੀ ਕਿਰਪਾ ਦ੍ਰਿਸ਼ਟੀ, ਮਿਹਰ ਹੁੰਦੀ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।